जी आया ਨੂੰ ਪਿਆਰੇ ਵਿਦਿਆਰਥੀਓ ਇੰਗਲਿਸ਼ ਮੀਡੀਅਮ ਦੀ 8th ਕਲਾਸ ਦੀ ਮੈਥ ਦੀ ਨਿਊ ਬੁੱਕ ਚੈਪਟਰ ਨੰਬਰ 7 ਕੰਪੇਅਰਿੰਗ ਕੁਆਂਟੀਟੀਜ਼ ਐਕਸਰਸਾਈਜ਼ 7.2 ਕੁਐਸਚਨਸ 1 2 ਐਂਡ 3 ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਸਾਰੇ ਕੁਐਸਚਨਸ ਨੂੰ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਕੁਐਸਚਨ ਨੰਬਰ 3 ਬੱਚਿਓ ਅਸੀਂ ਦੋ ਮੈਥਡਸ ਦੇ ਨਾਲ ਕਰਾਂਗੇ, ਠੀਕ ਹੈ। ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਦੱਸਦਾ, ਇਸੇ ਚੈਨਲ ਤੇ ਤੁਹਾਡੀਆਂ 8th ਕਲਾਸ ਦੀਆਂ ਹੋਰ ਪਲੇਲਿਸਟਾਂ ਵੀ ਹਨ, ਤੁਸੀਂ ਉਹ ਵੀ ਜ਼ਰੂਰ ਦੇਖੋ। ਇੱਕ ਹੈਗੀ ਹੈ 8th ਮੈਥ ਨੋਟਸ, ਦੂਜੀ ਹੈਗੀ 8th ਸਾਇੰਸ, ਤੀਜੀ 8th ਇੰਗਲਿਸ਼, ਚੌਥੀ 8th ਗ੍ਰਾਮਰ, ਫਿਰ ਇੱਕ ਹੈਗੀ ਮੈਥ ਕਨਸੈਪਟਸ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖੀਏ ਬੱਚੋ, ਪਹਿਲਾ ਸਵਾਲ ਹੈ, ਕਹਿੰਦੇ ਐਨ ਆਰਟੀਕਲ। ਇੱਥੇ ਆਰਟੀਕਲ ਦਾ ਮਤਲਬ ਹੈ ਕੋਈ ਸਮਾਨ ਦੀ ਚੀਜ਼, ਕੋਈ ਇੱਕ ਆਈਟਮ, ਠੀਕ ਹੈ। ਐਨ ਆਰਟੀਕਲ ਮਾਰਕਡ ਐਟ ਰੁਪੀਜ਼ 1920, ਮਤਲਬ ਕਿ ਕੋਈ ਵਸਤੂ ਹੈਗੀ ਹੈ ਜਿਹਦਾ ਜੋ ਮਾਰਕ ਬਣੇ, ਉਹਦਾ ਠੱਪਾ ਲੱਗਿਆ ਉੱਤੇ, ਜੋ ਕੀਮਤ ਦਾ ਛਪਿਆ ਹੋਇਆ ਪ੍ਰਾਈਸ ਹੈਗਾ ਉਹ 1920 ਰੁਪਏ ਹੈਗਾ। ਇਸ ਸੋਲਡ ਵੇਚਿਆ ਜਾਂਦਾ ਹੈ ਫॉर ਰੁਪੀਜ਼ 1840। ਹੁਣ ਦੇਖੋ 1920 ਛਪਿਆ ਪ੍ਰਾਈਸ ਹੈ ਤੇ ਵੇਚਿਆ ਗਿਆ 1840 ਤੇ, ਇਹਦਾ ਮਤਲਬ ਉੱਤੇ ਕੋਈ ਛੋਟ ਦਿੱਤੀ ਗਈ ਹੈ, ਉੱਤੇ ਕੋਈ ਡਿਸਕਾਊਂਟ ਦਿੱਤਾ ਗਿਆ। ਸੋ ਕਹਿੰਦੇ ਇਸ ਕਰਕੇ ਕਹਿੰਦੇ ਵਟ ਇਜ਼ ਡਿਸਕਾਊਂਟ ਐਂਡ ਡਿਸਕਾਊਂਟ ਪਰਸੈਂਟੇਜ। ਸੋ ਡਿਸਕਾਊਂਟ ਰੁਪੀਜ਼ ਵਿੱਚ ਵੀ ਕੱਢਣਾ, ਜਦੋਂ ਕਹਿਣ ਡਿਸਕਾਊਂਟ ਕਿੰਨਾ ਹੈ ਤੇ ਉਹ ਰੁਪੀਜ਼ ਵਿੱਚ ਆਏਗਾ, ਰੁਪਿਆਂ ਵਿੱਚ, ਤੇ ਜੇ ਕਹਿਣ ਪਰਸੈਂਟੇਜ ਤੇ ਫਿਰ ਡਿਸਕਾਊਂਟ ਪਰਸੈਂਟੇਜ ਕਹਿੰਦੇ ਨੇ। ਸੋ ਦੋਨੋਂ ਕਰਦੇ ਹਾਂ ਆਪਾਂ, ਦੇਖੋ। ਸੋ ਆਰਟੀਕਲਸ ਮਾਰਕਡ ਪ੍ਰਾਈਸ ਇਜ਼ ਇਕੁਅਲ ਟੂ ਰੁਪੀਜ਼ 1920 ਐਂਡ ਇਟਸ ਸੈਲਿੰਗ ਪ੍ਰਾਈਸ ਜਿਹੜਾ ਹੈਗਾ ਇਹ ਸੋਲਡ ਗਿਆ ਨਾ, ਤਾਂ ਸੈਲਿੰਗ ਪ੍ਰਾਈਸ ਇਜ਼ ਇਕੁਅਲ ਟੂ ਰੁਪੀਜ਼ 1840। ਹੁਣ ਬੱਚਿਓ ਇਹ ਤੁਸੀਂ ਛੋਟਾ ਜਿਹਾ ਸਿੰਪਲ ਕਾਮਨ ਸੈਂਸ ਵਾਲਾ ਫਾਰਮੂਲਾ ਯਾਦ ਰੱਖਣਾ ਹੈ। ਡਿਸਕਾਊਂਟ ਇਜ਼ ਇਕੁਅਲ ਟੂ ਮਾਰਕਡ ਪ੍ਰਾਈਸ ਮਾਈਨਸ ਸੈਲਿੰਗ ਪ੍ਰਾਈਸ। ਸੋ ਮਾਰਕਡ ਪ੍ਰਾਈਸ ਰੁਪੀਜ਼ 1920, ਸੈਲਿੰਗ ਪ੍ਰਾਈਸ 1820, ਦੋਨਾਂ ਚੋਂ ਇਹਦੇ ਚੋਂ ਇਹ ਘਟਾਵਾਂਗੇ ਤੇ ਰੁਪੀਜ਼ 80 ਇਜ਼ ਦਾ ਡਿਸਕਾਊਂਟ। ਉਹਨੂੰ 80 ਰੁਪਏ ਦੀ ਛੋਟ ਮਿਲਦੀ ਹੈ ਗਾਹਕ ਨੂੰ, ਕਸਟਮਰ ਨੂੰ। ਸੋ ਰੁਪੀਜ਼ 80 ਇਜ਼ ਦੀ ਡਿਸਕਾਊਂਟ, ਠੀਕ ਹੈ। ਇੱਕ ਤੇ ਆਨਸਰ ਸਾਡਾ ਇਹ ਹੋ ਗਿਆ ਵਟ ਇਜ਼ ਡਿਸਕਾਊਂਟ। ਹੁਣ ਡਿਸਕਾਊਂਟ ਪਰਸੈਂਟੇਜ ਦਾ ਬੱਚੋ ਜੋ ਫਾਰਮੂਲਾ ਹੈਗਾ ਅਗਰ ਡਿਸਕਾਊਂਟ ਡਿਵਾਈਡਡ ਬਾय ਮਾਰਕਡ ਪ੍ਰਾਈਸ ਇਨਟੂ 100%, ਠੀਕ ਹੈ। ਸੋ ਡਿਸਕਾਊਂਟ ਕਿੰਨਾ ਹੈ 80 ਰੁਪੀਜ਼, ਸੋ 80 ਅਪੋਨ ਤੇ ਮਾਰਕਡ ਪ੍ਰਾਈਸ ਕਿੰਨਾ ਹੈ 1920, ਸੋ 1920 ਕਰ ਦਿੱਤਾ, ਸੋ ਇਨਟੂ 100, ਠੀਕ ਹੈ ਜੀ। ਹੁਣ ਬੱਚੇ ਜਿਹੜੇ ਸੋ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਅਸੀਂ ਕੱਢ ਦਿੱਤੀ, ਸੋ ਅਸੀਂ ਇਹ ਮਤਲਬ ਕਿ ਸੌਰੀ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਢ ਦਿੱਤੀ ਤੇ 8 ਇੰਟੂ 100 ਹੋ ਗਿਆ 800 ਤੇ 8 ਨਾਲ ਡਿਵਾਈਡ ਹੁੰਦਾ ਹੈ ਵਾਲਾ, 8 ਹੁੰਦਾ 8, 8 ਦੂਣੀ 16, 8 ਚੌਕ 32, 24, ਸੋ 100 ਅਪੋਨ 24% ਆ ਗਿਆ, ਠੀਕ ਹੈ। ਐਸੇ ਫਿਰ ਇਹਨੂੰ ਹੋਰ ਅੱਗੇ ਅਸੀਂ 4 ਨਾਲ ਡਿਵਾਈਡ ਕਰਦੇ ਹਾਂ, 4 6 ਦਾ 24 ਤੇ 100 ਬਾਈ 4 ਹੁੰਦਾ 25, 25 ਅਪੋਨ 6%। ਤੇ ਜਿਹੜੇ ਇਹਨੂੰ 25 ਨੂੰ 6 ਨਾਲ ਡਿਵਾਈਡ ਕੀਤਾ ਤੇ ਹੈਗਾ ਇਜ਼ ਇਕੁਅਲ ਟੂ 4 1 ਅਪੋਨ 6%। ਤੇ ਜਿਹਨੂੰ ਅੱਗੇ ਸਿੰਪਲੀਫਾਈ ਹੋਲ ਕਰਨਾ ਹੈ ਤੇ 1 ਬਾਈ 6 ਹੁੰਦਾ ਹੈ 0.167, ਸੋ 4.167%। ਤੁਹਾਡੀ ਕਿਤਾਬ ਦੇ ਪਿੱਛੇ ਬੱਚੇ ਸ਼ਾਇਦ ਇਹ ਵਾਲਾ ਆਨਸਰ ਜਿਹੜਾ ਨਾ ਮਿਸ ਪ੍ਰਿੰਟਿੰਗ ਹੋਈ ਪਈ ਹੈ, ਗਲਤ ਛਪਿਆ, ਸੋ ਉੱਥੇ ਸ਼ਾਇਦ 41% ਜਾਂ ਕੁਝ ਇਸ ਤਰ੍ਹਾਂ ਲਿਖਿਆ, ਸੋ ਉਹਨੂੰ ਧਿਆਨ ਨਾਲ ਦੇਖ ਲੈਣਾ, ਠੀਕ ਹੈ। ਸੋ ਇਹ ਇਸ ਤਰ੍ਹਾਂ ਕਰਨਾ ਹੈ, ਇਸ ਕਰਕੇ ਮੈਂ ਇਹ ਤੁਹਾਨੂੰ ਇਹਦਾ ਸਟੈਪ ਵਿੱਚ ਕਰਕੇ ਦਿਖਾ ਦਿੱਤਾ ਹੈ। ਸੋ 4.167%, ਦੇਅਰਫੋਰ ਡਿਸਕਾਊਂਟ ਪਰਸੈਂਟੇਜ ਇਜ਼ ਇਕੁਅਲ ਟੂ 4.167%। ਤੁਸੀਂ ਇਸ ਤਰ੍ਹਾਂ ਵੀ ਦਿਖਾ ਸਕਦੇ ਹੋ ਡੈਸੀਮਲ ਵਿੱਚ, ਤੇ ਇਸ ਤਰ੍ਹਾਂ ਮਿਕਸਡ ਫ੍ਰੈਕਸ਼ਨ ਵਿੱਚ ਵੀ ਦਿਖਾ ਸਕਦੇ ਹੋ 4 1 upon 6%, ਠੀਕ ਹੈ। ਸੋ ਅੱਗੇ ਚਲਿਏ। Question number 2. A book marked at rupees 791 is sold for rupees 678. Find discount and discount percentage. बिल्कुल exactly बच्चों same हैगा as question number 1. ਉਹਦੇ ਚੋਂ article ਲਿਖਿਆ ਸੀ, ਇਹ book ਹੈਗੀ ਹੈ, ਠੀਕ ਹੈ। So books marked price is equal to rupees 791 and its selling price is equal to rupees 678, ठीक है। So discount is equal to marked price minus selling price. So rupees 791 minus 678 आ गया rupees 113. So rupees 113 ਤੇ ਹੋ ਗਿਆ discount, ठीक है ना, ਇਹ ਆ ਗਿਆ ਡਿਸਕਾਊਂਟ। ਡਿਸਕਾਊਂਟ ਇਜ਼ ਇਕੁਅਲ ਟੂ ਰੁਪੀਜ਼ 113 ਤੇ ਡਿਸਕਾਊਂਟ ਪਰਸੈਂਟੇਜ ਇਜ਼ ਇਕੁਅਲ ਟੂ ਡਿਸਕਾਊਂਟ ਅਪੋਨ ਮਾਰਕਡ ਪ੍ਰਾਈਸ, ਸੋ ਇਨਟੂ 100%। ਇਹ ਫਾਰਮੂਲਾ ਹੈਗਾ ਡਿਸਕਾਊਂਟ ਪਰਸੈਂਟੇਜ ਦਾ। ਸੋ 113 ਅਪੋਨ 791 ਇਨਟੂ 100। ਸੋ ਬੱਚੋ ਜਦੋਂ ਅਸੀਂ ਇਸ ਤਰ੍ਹਾਂ ਇਹਨੂੰ ਡਿਵਾਈਡ ਕੀਤਾ ਤੇ ਆ ਗਿਆ ਸਾਡਾ 14.29%। ਇੱਥੇ ਮੈਂ ਡਿਵੀਜ਼ਨ ਨਹੀਂ ਦਿਖਾਈ, ਤੁਸੀਂ 8th ਕਲਾਸ ਵਿੱਚ ਆ ਕੇ ਆਪੇ ਡਿਵਾਈਡ ਕਰ ਸਕਦੇ ਹੋ। ਸੋ ਇਹ 113.00 ਲਿਖ ਕੇ 791 ਦੇ ਨਾਲ ਡਿਵਾਈਡ ਕਰਕੇ ਆ ਜਾਏਗਾ 14.29%. So therefore discount percentage is equal to 14.29%. ਹੁਣ ਆ ਗਿਆ ਬੱਚੋ ਕੁਐਸਚਨ ਨੰਬਰ 3। ਇਹਨੂੰ ਅਸੀਂ ਦੋ ਤਰੀਕੇ ਨਾਲ ਕਰਾਂਗੇ। ਸੋ ਦੀ ਲਿਸਟ ਪ੍ਰਾਈਸ, ਇਹਨੂੰ ਐਮਪੀ ਵੀ ਕਹਿ ਦਿੰਦੇ ਆ, ਐਮਪੀ ਨਾਲ ਹੁੰਦਾ ਹੈ ਮਾਰਕਡ ਪ੍ਰਾਈਸ, ਠੀਕ ਹੈ ਨਾ। ਇੱਥੇ ਲਿਸਟ ਪ੍ਰਾਈਸ ਲਿਖਿਆ ਹੈ, ਸੋ ਮਾਰਕਡ ਪ੍ਰਾਈਸ ਆਫ ਬੈਗ ਇਜ਼ ਰੁਪੀਜ਼ 220, ਠੀਕ ਹੈ ਜੀ।
a discount of 15% is announced on sale। ਸੇਲ ਦੇ ਮੌਕੇ ਤੇ ਅਨਾਉਂਸਮੈਂਟ ਐਲਾਨ ਕੀਤਾ ਜਾਂਦਾ ਹੈ ਕਿ ਅਸੀਂ 15% ਡਿਸਕਾਊਂਟ ਦੇਵਾਂਗੇ ਬੈਗ ਤੇ। ਸੋ ਵਟ ਇਜ਼ ਇਟਸ ਸੇਲ ਪ੍ਰਾਈਸ। ਜਿਹੜਾ ਬੱਚੇ ਉਹ ਦੁਕਾਨਦਾਰ ਹੁੰਦਾ ਉਹਦੇ ਵਾਸਤੇ ਹੁੰਦਾ ਸੇਲ ਪ੍ਰਾਈਸ, ਤੇ ਜਿਹੜਾ ਗਾਹਕ ਖਰੀਦਦਾ ਉਹਦੇ ਵਾਸਤੇ ਹੁੰਦਾ ਕੋਸਟ ਪ੍ਰਾਈਸ, ਕਿਉਂਕਿ ਉਹਨੇ ਉਹ ਖਰੀਦਿਆ ਹੁੰਦਾ, ਠੀਕ ਹੈ ਨਾ, ਉਹਦੇ ਪੈਸੇ ਖਰਚਦਾ ਉਹ। ਸੋ ਗਾਹਕ ਵਾਸਤੇ ਜੇ ਉਹ ਕਹਿਣ ਵੀ ਗਾਹਕ ਨੇ ਕੋਸਟ ਪ੍ਰਾਈਸ ਕਿੰਨਾ ਹੈ ਫॉर ਦੀ ਕਸਟਮਰ, ਤੇ ਉਹ ਸੇਮ ਹੋਏਗਾ ਸੇਲ ਪ੍ਰਾਈਸ। ਸੋ ਦੁਕਾਨਦਾਰ ਵਾਸਤੇ, ਸ਼ਾਪਕੀਪਰ ਵਾਸਤੇ ਉਹ ਸੇਲ ਪ੍ਰਾਈਸ ਹੈ, ਤੇ ਕਸਟਮਰ ਵਾਸਤੇ ਉਹ ਕੋਸਟ ਪ੍ਰਾਈਸ ਹੈ। ਸੋ ਇਸ ਕਰਕੇ ਕਨਫਿਊਜ਼ ਨਹੀਂ ਹੋਣਾ, ਦੋਨੋਂ ਇੱਕੋ ਚੀਜ਼ ਹੈਗੀਆਂ, ਠੀਕ ਹੈ ਨਾ। ਸੋ ਮਾਰਕ ਪ੍ਰਾਈਸ ਹੈਗਾ 220 ਤੇ ਡਿਸਕਾਊਂਟ ਦਿੱਤਾ ਹੈ 15%, ਤੇ ਕਹਿੰਦੇ ਮੇਰੀ ਸੇਲ ਪ੍ਰਾਈਸ ਕਿੰਨਾ ਐਕਚੁਅਲੀ, ਇਹ ਤੇ ਮਾਰਕ ਪ੍ਰਾਈਸ ਹੈਗਾ ਵੀ ਕਿੰਨਾ ਡਿਸਕਾਊਂਟ ਪਰਸੈਂਟੇਜ ਤੋਂ ਕੈਲਕੂਲੇਟ ਕਰਕੇ ਅਸੀਂ ਦਿਖਾਂਗੇ ਵੀ ਕਿੰਨੇ ਦਾ ਵਿਕੇਗਾ ਉਹ ਬੈਗ। ਸੋ ਦੀ ਲਿਸਟ ਪ੍ਰਾਈਸ ਆਫ ਦਾ ਬੈਗ ਇਜ਼ ਇਕੁਅਲ ਟੂ ₹220, ਡਿਸਕਾਊਂਟ ਇਜ਼ ਇਕੁਅਲ ਟੂ 15% ਆਫ ਦਾ ਲਿਸਟ ਪ੍ਰਾਈਸ, ਕਿਉਂਕਿ ਜਿਹੜਾ ਬੱਚੇ ਉਹ ਡਿਸਕਾਊਂਟ ਹੁੰਦਾ ਹੈ it is always calculated on the marked price or the list price. So 15% of the list price is equal to 15% of 220. So percentage means upon 100. So percentage ਹਟਾ ਕੇ ਅਸੀਂ divide by 100 ਕਰ ਦਿੰਦੇ ਆ, ਤੇ off ਦਾ ਮਤਲਬ ਹੁੰਦਾ into 2 into multiplication into 220। 0 ਨਾਲ 1 0 ਕਟਿਆ, 5 3 ਦਾ 15, 5 2 ਦਾ 10, ਠੀਕ ਹੈ, ਤੇ 2 ਨਾਲ 22 ਨੂੰ ਡਿਵਾਈਡ ਕੀਤਾ ਤੇ 11 ਆ ਗਿਆ। ਸੋ ਇੱਥੇ 3 ਤੇ ਇੱਥੇ 11, ਸੋ 33। ਸੋ ਡਿਸਕਾਊਂਟ 10 ਡਿਸਕਾਊਂਟ ਇਜ਼ ਇਕੁਅਲ ਟੂ ₹33। 33 ਦੇ ਡਿਸਕਾਊਂਟ ਆ ਗਿਆ। ਹੁਣ ਅਸੀਂ ਸੇਲ ਪ੍ਰਾਈਸ ਕੱਢਣਾ ਹੈ। ਸੋ ਨਾਓ ਸੇਲ ਪ੍ਰਾਈਸ ਇਜ਼ ਇਕੁਅਲ ਟੂ ਲਿਸਟ ਪ੍ਰਾਈਸ ਮਾਈਨਸ ਡਿਸਕਾਊਂਟ ਇਜ਼ ਇਕੁਅਲ ਟੂ 220 ਮਾਈਨਸ 33 ਇਜ਼ ਇਕੁਅਲ ਟੂ 187। 10 ਸੇਲ ਪ੍ਰਾਈਸ ਇਜ਼ ਇਕੁਅਲ ਟੂ 187, ਠੀਕ ਹੈ ਜੀ। ਸੋ 187 ਦਾ ਜੋ ਮਾਰਕ ਪ੍ਰਾਈਸ 220 ਹੈਗਾ, ਉਹ ਜਿਹੜਾ ਬੈਗ ਹੈ ₹187 ਦਾ ਵੇਚਿਆ ਜਾਏਗਾ ਬਿਕੋਜ਼ ਆਫ ਦੀ ਡਿਸਕਾਊਂਟ ਆਫ 15%। ਹੁਣ ਬੱਚੋ ਇਹ ਤੇ ਅਸੀਂ ਪਹਿਲੇ ਡਿਸਕਾਊਂਟ ਕੱਢਿਆ, ਫਿਰ ਡਿਸਕਾਊਂਟ ਨੂੰ ਅਸੀਂ ਇਹਦੇ ਵਿੱਚੋਂ ਮਾਈਨਸ ਕੀਤਾ ਤੇ ਇਸੇ ਆਇਆ। ਇੱਕ ਹੋਰ ਤਰੀਕਾ ਵੀ ਹੈ ਸ਼ਾਰਟਕਟ ਟਾਈਪ, ਉਹ ਫਾਸਟ ਹੈਗਾ, ਉਹ ਦੇਖਿਓ ਕਿਸ ਤਰ੍ਹਾਂ ਕਰਨਾ ਹੈ। ਸੋ ਸੈਕਿੰਡ ਮੈਥਡ, ਸੋ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਦੋਨੋਂ ਮੈਥਡਸ ਦੇ ਨਾਲ ਪ੍ਰੈਕਟਿਸ ਕਰੋ। ਇਹਦੇ ਨਾਲ ਤੁਹਾਨੂੰ ਮੈਥ ਇੰਟਰਸਟਿੰਗ ਵੀ ਲੱਗੇਗਾ, ਤੁਹਾਡੇ ਕਨਸੈਪਟਸ ਜ਼ਿਆਦਾ ਕਲੀਅਰ ਹੋਣਗੇ, ਤੁਹਾਡੇ ਮਾਈਂਡ ਦੀ ਐਕਸਰਸਾਈਜ਼ ਹੋਏਗੀ, ਮਾਈਂਡ ਤੁਹਾਡਾ ਸ਼ਾਰਪਨ ਹੋਏਗਾ, ਤੇ ਤੁਹਾਡਾ ਜਿਹੜਾ ਪ੍ਰੈਕਟਿਸ ਹੈਗੀ ਹੈ ਉਹ ਵੀ ਡਬਲ ਹੋ ਜਾਏਗੀ, ਠੀਕ ਹੈ। ਸੋ ਸੇਮ ਕੁਐਸਚਨ ਹੈ ਬੱਚਿਓ, ਇਹਨੂੰ ਕਿੱਦਾਂ ਕਰਨਾ। ਗਿਵਨ ਲਿਸਟ ਪ੍ਰਾਈਸ ਫॉर द बैग इज इक्वल टू ₹220 ਐਂਡ ਡਿਸਕਾਊਂਟ ਇਜ਼ ਇਕੁਅਲ ਟੂ 15%। ਸੋ ਹੁਣ ਸੇਲ ਪ੍ਰਾਈਸ ਸਿੱਧਾ ਫਾਰਮੂਲਾ ਇਹ ਹੁੰਦਾ ਸੇਲ ਪ੍ਰਾਈਸ ਉਹਦੀ ਬੈਗ, ਹੁਣ ਸੇਲ ਪ੍ਰਾਈਸ ਜੋ ਹੁੰਦਾ ਸਿੱਧਾ ਲਿਸਟ ਪ੍ਰਾਈਸ ਇਨਟੂ ਬ੍ਰੈਕਟ ਪਾ ਕੇ 100% ਮਾਈਨਸ ਡਿਸਕਾਊਂਟ ਪਰਸੈਂਟ। ਇਹ ਬੱਚਿਓ ਸਟ੍ਰੇਟ ਫਾਰਮੂਲਾ ਹੈਗਾ, ਡਿਸਕਾਊਂਟ ਸੈਪਰੇਟ ਕੱਢ ਕੇ ਫਿਰ ਉਹਨੂੰ ਮਾਈਨਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਲਿਸਟ ਪ੍ਰਾਈਸ 220 ਇਨਟੂ ਬ੍ਰੈਕਟ 100% ਮਾਈਨਸ ਡਿਸਕਾਊਂਟ ਕਿੰਨਾ 15%। ਸੋ 100 ਵਿੱਚੋਂ 15 ਗਿਆ 85 ਹੁੰਦਾ ਹੈ। ਸੋ 100% ਚੋਂ 15% ਮਾਈਨਸ ਕਰੋ ਤੇ 85% ਹੋ ਗਿਆ। ਹੁਣ ਬਚੇ 220 ਇਨਟੂ ਪਰਸੈਂਟੇਜ ਹਟਾ ਕੇ ਡਿਵਾਈਡ ਬਾਈ 100 ਕਰ ਦੇਣਾ, ਠੀਕ ਹੈ। ਹੁਣ ਇੱਕ 0 ਦੇ ਨਾਲ ਇੱਕ 0 ਇਹ ਗਿਆ, 5 ਦੇ ਨਾਲ ਜਦੋਂ 85 ਨੂੰ ਡਿਵਾਈਡ ਕੀਤਾ 17 ਆ ਗਿਆ, ਤੇ 5 2 ਦਾ 10, ਤੇ 2 ਦੇ ਨਾਲ ਡਿਵਾਈਡ ਕੀਤਾ 22 ਨੂੰ 11 ਆ ਗਿਆ। ਸੋ 11 ਇਨਟੂ 17, ਸੋ 11 7 ਦਾ 77, 7 ਕੈਰੀ, 11 1 ਦਾ 11, 11 plus 7 18, ਸੋ 187 ਰੁਪਏ। 10 ਸੇਲ ਪ੍ਰਾਈਸ ਜਿਹੜਾ ਹੈਗਾ ਉਹਦਾ ਬੈਗ ਇਜ਼ ਇਕੁਅਲ ਟੂ ₹187। ਸੋ ਇਸ ਤਰ੍ਹਾਂ ਬੱਚਿਓ ਅਸੀਂ ਇਹ ਕੁਐਸਚਨ ਜਿਹੜਾ ਹੈ ਮਤਲਬ ਕਿ ਸਟ੍ਰੇਟ ਅਵੇ ਇੱਕ ਸਟੈਪ ਵਿੱਚ ਵੀ ਅਸੀਂ ਕਰ ਸਕਦੇ ਹਾਂ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਸਰਸਾਈਜ਼ 7.1 ਦੇ ਫਸਟ 3 ਕੁਐਸਚਨਸ, ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।